ਹਾਂਜੀ, ਸਭ ਤੋਂ ਪਹਿਲਾਂ ਤਾਂ ਹੱਥ ਜੋੜ ਕੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਆਈ ਨੋ ਸਿਚੁਏਸ਼ਨ ਥੋੜੀ ਟੈਂਸ ਹੈ ਕੋਵਿਡ ਕਰਕੇ, ਇੰਡੀਆ ਦੇ ਵਿੱਚ ਵੀ ਤੇ ਇੱਧਰ ਵੀ ਥੋੜਾ ਜਿਹਾ ਚੱਲੀ ਜਾਂਦਾ ਕੰਮ, ਬਟ ਹੋਪਫੁਲੀ ਹੋਪ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ। ਤੇ ਅੱਜ ਆਪਾਂ ਗੱਲ ਕਰਾਂਗੇ ਜੀ ਵਰਕ ਪਰਮਿਟ ਦੀ। ਵਰਕ ਪਰਮਿਟ ਕਿੱਦਾਂ ਅਪਲਾਈ ਕਰਨਾ ਹੈ ਤੇ ਕਿਹੜੇ ਸਟੈਪਸ ਨੇ ਤੇ ਕਿਹੜੇ ਆਪਾਂ ਫਾਰਮਸ ਭਰਨੇ ਨੇ, ਹਨਾ। ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਕੁਝ ਦੱਸਾਂਗੇ, ਕਿਵੇਂ ਆਪਾਂ ਕਿਹੜੇ ਸਟੈਪਸ ਫੋਲੋ ਕਰਕੇ ਆਪਾਂ ਵਰਕ ਪਰਮਿਟ ਆਪਣਾ ਅਪਲਾਈ ਕਰ ਸਕਦੇ ਹਾਂ। ਤੇ ਆਓ ਚੱਲਦੇ ਹਾਂ ਵਰਕ ਪਰਮਿਟ, ਦੇਖਦੇ ਹਾਂ ਕਿਵੇਂ ਅਪਲਾਈ ਹੁੰਦਾ। ਲੈਟਸ ਗੋ। ਹਾਂਜੀ, ਸਭ ਤੋਂ ਪਹਿਲਾਂ ਆਪਾਂ IRCC ਦੀ ਵੈਬਸਾਈਟ ਖੋਲਾਂਗੇ ਤੇ ਉੱਥੇ ਆਪਾਂ GCP ਦੀ ਹੈਲਪ ਦੇ ਨਾਲ ਆਪਾਂ ਲੌਗਇਨ ਕਰਾਂਗੇ ਆਪਣੇ ਅਕਾਊਂਟ ਦੇ ਅੰਦਰ। ਜਿਨ੍ਹਾਂ ਦਾ ਅਕਾਊਂਟ ਬਣਿਆ ਹੋਇਆ ਹੈ ਉਹ ਆਪਣਾ ਅਕਾਊਂਟ ਸਾਈਨ ਇਨ ਕਰਕੇ ਉੱਥੋਂ ਆਪਣੀ ਐਪਲੀਕੇਸ਼ਨ ਵਰਕ ਪਰਮਿਟ ਦੀ ਅਪਲਾਈ ਕਰ ਸਕਦੇ ਹਾਂ। ਤੇ ਜਿਨ੍ਹਾਂ ਦਾ ਨਹੀਂ ਬਣਿਆ ਹੋਇਆ ਜਾਂ ਜਿਨ੍ਹਾਂ ਦੀ ਮਤਲਬ ਭੁੱਲ ਗਏ ਨੇ ਜਾਂ ਮਿਸਪਲੇਸ ਹੋ ਗਈ ਨਾ ਇਨਫੋਰਮੇਸ਼ਨ, ਤਾਂ ਉਹ ਆਪਣਾ ਨਿਊ ਅਕਾਊਂਟ ਬਣਾ ਕੇ GCP ਕ੍ਰੀਏਟ ਕਰਕੇ ਤੇ ਆਪਣੀ ਜਿਹੜੀ ਹੈਗੀ ਐਪਲੀਕੇਸ਼ਨ ਪ੍ਰੋਸੈਸ ਕਰ ਸਕਦੇ ਨੇ। ਜਿਨ੍ਹਾਂ ਦਾ ਅਕਾਊਂਟ ਨਹੀਂ ਹੈਗਾ ਉਹ ਆਪਣਾ ਅਕਾਊਂਟ ਕ੍ਰੀਏਟ ਕਰ ਸਕਦੇ ਆ। ਕ੍ਰੀਏਟ ਏ ਨਿਊ ਅਕਾਊਂਟ, ਟਰਮਸ ਐਂਡ ਕੰਡੀਸ਼ਨਸ, ਐਕਸੈਪਟ। ਤੁਹਾਡਾ ਕੋਈ ਵੀ ਅਗਰ ਕੋਈ ਪੁਰਾਣਾ ਕੁਐਸਚਨਸ ਵਗੈਰਾ ਰੱਖੇ ਹੋਣਗੇ ਨਾ ਤੁਸੀਂ ਸਿਕਿਉਰਿਟੀ ਵਾਸਤੇ, ਤੇ ਤੁਸੀਂ ਭਰ ਸਕਦੇ ਹੋ। ਤੇ ਮੇਰੀ ਇੱਥੇ ਪੁਰਾਣੀ ਐਪਲੀਕੇਸ਼ਨ ਜਿਹੜੀ ਸਟੂਡੈਂਟ ਦੀ ਹੈਗੀ ਆਲਰੇਡੀ ਹੈਗੀ ਸੀ ਪਹਿਲਾਂ, ਤੇ ਆਪਾਂ ਹੁਣ ਨਵੀਂ ਅਪਲਾਈ ਕਰਾਂਗੇ ਵਰਕ ਪਰਮਿਟ ਵਾਸਤੇ। ਅਗਰ ਤੁਹਾਡੇ ਕੋਲ ਰੈਫਰੈਂਸ ਕੋਡ ਹੈਗਾ ਠੀਕ ਹੈ, ਜੇ ਨਹੀਂ ਹੈਗਾ ਤਾਂ ਫਿਰ ਆਪਾਂ ਕੰਟੀਨਿਊ ਕਰ ਸਕਦੇ ਹਾਂ, ਕਿਉਂਕਿ ਆਪਾਂ ਨੇ ਨਵੀਂ ਐਪਲੀਕੇਸ਼ਨ ਸਟਾਰਟ ਕਰਨੀ ਹੈ। ਤੇ ਆਪਾਂ ਆਈ ਡੂ ਨੋਟ ਹੈਵ ਅ ਪਰਸਨਲ ਰੈਫਰੈਂਸ ਕੋਡ, ਤੇ ਇੱਥੋਂ ਸਟਾਰਟ ਕਰਕੇ ਆਪਾਂ ਫਿਰ ਆਪਾਂ ਵਰਕ ਪਰਮਿਟ ਅਪਲਾਈ ਕਰਨਾ ਤੇ ਇੱਥੇ ਕਲਿੱਕ ਕਰਾਂਗੇ ਆਪਾਂ। ਤੇ ਫਰਦਰ ਅੱਗੇ ਸਾਰੀ ਇਨਫੋਰਮੇਸ਼ਨ ਆਪਾਂ ਨੇ ਦੇਣੀ ਹੈ ਡਿਟੇਲਿੰਗ ਦੇ ਵਿੱਚ, ਸਾਰੀ ਐਲੀਜੀਬਿਲਟੀ ਵੀ ਆਪਾਂ ਐਲੀਜੀਬਲ ਹੈਗੇ ਆ ਕਿ ਨਹੀਂ ਹੈਗੇ ਆ। Would you like to do in Canada? Would you like to do in Canada work? How long you are planning to stay in Canada? Temporary, more than 6 months. Select the code that matches one of your passport. अपना इंडिया का हैगा IND सॉरी, अपना इंडिया का हैगा ते ਆਪਾਂ इंडिया ਦਾ ਲਿਖਾਂਗੇ। What is your current country, territory of residence? If you are present in Canada, you should select Canada. ਆਪਾਂ Canada select ਕਰਾਂਗੇ। Do you have a family member who is a Canadian citizen or permanent resident and is 18-year-old? No. What is your date of birth? Date of birth policy. Next करेंगे। Are you a lawful permanent resident of the United States? No. आप लोग नहीं है कि US citizen। What is your current immigration status in Canada? Student। Do you plan to work on campus? No. Find out if you are eligible to apply. Are you a full-time student at a participating post-secondary institute and work to work on campus up to 20 hours? तो इतने no करेंगे। Have you recently graduated post-secondary institute from? Yes. If your work as an essential part of your studies, मतलब ਤੁਹਾਡੀ ਕੋਈ ਕੋਪ ਜਾਂ ਕੋਈ ਇੰਟਰਨਸ਼ਿਪ ਤੁਹਾਡੀ ਲੱਗੀ ਹੋਵੇ, ਆਪਣੀ ਨਹੀਂ ਲੱਗੀ ਤੇ ਇਸ ਕਰਕੇ ਆਪਾਂ no ਕਰਾਂਗੇ। Next, have you been told any immigration, refugee and Syrian Canada office that you are approved in principle for permanent? नहीं, हजे अपनी सेकंड एप्लीकेशन हैगी है वर्क परमिट ਦੀ। ਫਸਟ ਆਪਣੀ ਸਟੂਡੈਂਟ ਦੀ ਸੀ ਤੇ ਪਰਮਨੈਂਟ ਰੈਜ਼ੀਡੈਂਸ PR ਵਾਸਤੇ ਹਲੇ ਆਪਾਂ ਨਾ ਐਲੀਜੀਬਲ ਆ ਤੇ ਨਾ ਅਸੀਂ ਅਪਲਾਈ ਕਰ ਸਕਦੇ ਹਾਂ, ਤੇ ਆਪਾਂ ਕੁਆਲੀਫਾਈ ਨਹੀਂ ਕਰਦੇ ਹਲੇ PR ਵਾਸਤੇ, ਤੇ ਆਪਾਂ ਵਰਕ ਪਰਮਿਟ ਦੇ ਅੱਗੇ ਕੰਟੀਨਿਊ ਕਰਦੇ ਹਾਂ। ਪਰਮਨੈਂਟ ਨੋ।
Do you have a written job offer? ਜਿਨ੍ਹਾਂ ਕੋਲ ਹੈਗੀ ਹੈ ਕਰ ਸਕਦੇ, ਜਿਨ੍ਹਾਂ ਕੋਲ ਨਹੀਂ ਹੈਗੀ ਨੋ ਕਰ ਦੇਣ। Do you have an official letter from your school? ਤੁਹਾਡੇ ਕੋਲ ਆਪਣਾ ਗ੍ਰੈਜੂਏਸ਼ਨ ਲੈਟਰ ਤੇ ਸਾਰੀਆਂ ਟ੍ਰਾਂਸਕ੍ਰਿਪਟਸ ਹੋਣੀਆਂ ਚਾਹੀਦੀਆਂ, ਫਿਰ ਤੁਸੀਂ ਯੈਸ ਕਰੋਗੇ। ਆਪਣੇ ਕੋਲ ਹੈਗੀਆਂ ਨੇ, ਆਪਾਂ ਯੈਸ ਕੀਤਾ। ਕਿਉਂਕਿ ਸਾਰਾ ਕੁਝ ਡਿਜੀਟਲ ਹੈ ਤੇ ਆਪਾਂ ਨੂੰ ਆਨਲਾਈਨ ਕਲਾਸਿਸ ਕਰਕੇ ਸਾਰਾ ਕੁਝ ਇਸ ਟਾਈਮ ਡਿਜੀਟਲ ਹੀ ਆ ਰਿਹਾ ਨਾ, ਸਾਰੀਆਂ ਸੌਫਟ ਕਾਪੀਆਂ ਗ੍ਰੈਜੂਏਸ਼ਨ ਲੈਟਰ ਦੀਆਂ ਤੇ ਆਪਣੇ ਟ੍ਰਾਂਸਕ੍ਰਿਪਟ ਦੀਆਂ, ਸਾਰਾ ਕੁਝ ਈਮੇਲ ਦੇ ਵਿੱਚ ਵੀ ਆਉਂਦਾ ਤੇ ਬਲੈਕ ਬੋਰਡ ਤੇ ਵੀ ਆ ਜਾਂਦਾ। ਤੁਹਾਡੇ ਜਿਹੜੀ ਕਾਲਜ ਦੀ ਜਿਹੜੀ ਵੈਬਸਾਈਟ ਹੈਗੀ ਆ ਉੱਥੇ ਜਿਵੇਂ ਸਾਡਾ ਬਲੈਕ ਬੋਰਡ ਹੈ ਨਾ, ਤਾਂ ਆਪਾਂ ਉੱਥੇ ਸਾਰਾ ਕੁਝ ਸਟੇਟਸ ਆਪਣਾ ਚੈੱਕ ਕਰ ਸਕਦੇ ਸਟੱਡੀ ਦਾ। ਮੈਰਿਟਲ ਸਟੇਟਸ, never married, single. What is your province of destination? If visiting multiple provinces, spending most of your time. ਆਪਾਂ ਅੰਟਾਰੀਓ ਕਰਾਂਗੇ ਕਿਉਂਕਿ ਆਪਾਂ ਅੰਟਾਰੀਓ ਦੇ ਵਿੱਚ ਹਾਂ। ਨੈਕਸਟ ਆਪਣੇ ਕੋਲ ਉਰੇ ਇਨਫੋਰਮੇਸ਼ਨ ਦੇ ਕੇ 3 ਆਪਸ਼ਨਸ ਆ ਰਹੀਆਂ ਨੇ, ਬਟ ਆਪਾਂ ਸਿਲੈਕਟ ਕਰਨਾ ਹੈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਇਨ ਕੈਨੇਡਾ। You are almost there. अपनी ਹੁਣ ਚੈੱਕਲਿਸਟ ਵੀ ਤਿਆਰ ਹੋ ਜਾਏਗੀ, ਕੰਟੀਨਿਊ ਕਰਕੇ। Do you have an official letter from your school that confirms you have completed your study program, as well as copy of your final transcripts? Yes, we have. Have you had a medical exam performed by RSM physician doctor within, क्योंकि 2 साल तो ਆਪਾਂ स्टडी कर रहे हैं ना, अपने को नहीं हैगा कोई मेडिकल, ਆਪਾਂ नो करांगे। Have you lived in a designation country or territory for more than 6 months in last year? नो करांगे ਆਪਾਂ ਇੱਥੇ ਕਿਉਂਕਿ ਆਪਾਂ ਕੈਨੇਡਾ ਦੇ ਵਿੱਚ ਹੀ। ਤੁਸੀਂ ਆਪਣੀ ਉਹ ਚੈੱਕ ਕਰ ਸਕਦੇ ਹੋ ਵੀ ਇਹਨਾਂ ਵਿੱਚੋਂ ਤੁਸੀਂ ਕੋਈ ਜੌਬਸ ਕਰਨਾ ਚਾਹੁੰਦੇ ਹੋ ਅੱਗੇ ਫਰਦਰ ਇਨ ਫਿਊਚਰ। ਅਗਰ ਨਹੀਂ ਤਾਂ ਫਿਰ ਤੁਸੀਂ ਨੋ ਟਿਕ ਕਰ ਨੋ ਸਿਲੈਕਟ ਕਰਕੇ ਨੈਕਸਟ। ਡੂ ਯੂ ਵਾਂਟ ਟੂ ਸਬਮਿਟ ਐਨ ਐਪਲੀਕੇਸ਼ਨ ਫॉर ਮੈਮਰੀ? ਅਗਰ ਅਕੋਰਡਿੰਗ ਟੂ ਸਿਚੁਏਸ਼ਨ ਤੁਸੀਂ ਆਪਣੀ ਦੇਖ ਲਿਓ, ਅਗਰ ਤੁਹਾਡਾ ਕੋਈ ਸਪਾਊਸ ਹੈਗਾ ਤਾਂ ਤੁਸੀਂ ਯੈਸ ਕਰਨਾ ਪਏਗਾ, ਅਦਰਵਾਈਜ਼ ਮੇਰਾ ਨਹੀਂ ਹੈਗਾ ਤਾਂ ਮੈਂ ਨੋ ਕਰ ਰਿਹਾ। Are you giving someone access to your applications? No, ਅਸੀਂ ਆਪ ਹੀ ਫਿਲ ਕਰ ਰਹੇ ਹਾਂ ਆਪਣਾ ਸਾਰਾ ਕੁਝ, ਸਾਰੀ ਐਪਲੀਕੇਸ਼ਨ ਆਪਣੇ ਅਕੋਰਡਿੰਗ ਫਿਲ ਕਰ ਰਹੇ ਹਾਂ ਤੇ ਆਪ ਹੀ ਕਰ ਰਹੇ ਹਾਂ ਆਨਲਾਈਨ ਸਾਰੀ, ਤੇ ਆਪਾਂ ਨੋ ਟਿਕ ਲਗਾ ਕੇ ਨੈਕਸਟ ਕਰਾਂਗੇ। In the past 10 years, have you given fingerprints and photos for an applications to come to Canada? Yes, ਆਪਾਂ ਦਿੱਤੀਆਂ ਸੀਗੀਆਂ ਜਦੋਂ ਆਪਾਂ ਕੈਨੇਡਾ ਆਏ ਸੀਗੇ। ਬਾਇਓਮੈਟ੍ਰਿਕ ਤੋਂ ਬਾਅਦ there are fees associated with application. Will you be paying your fees? Are you fee exempt? Yes, I will be paying my application fee. Next, are you able to make a digital copy of your document with scanner or camera? Yes, we already have, that's why we are applying for. Will you be paying your application fees online? To pay you need credit card, visa. ਆਪਣੇ ਕੋਲ ਡੈਬਿਟ ਕ੍ਰੈਡਿਟ ਦੋਨੋਂ ਹੈਗਾ ਤੇ ਆਪਾਂ ਯੈਸ ਕਰਾਂਗੇ। ਆਪਣੀ ਐਪਲੀਕੇਸ਼ਨ ਤੁਸੀਂ ਰਿਵਿਊ ਕਰੋਗੇ ਇੱਥੇ। ਦੇ ਆ ਗਿਆ ਜੀ ਸਬਮਿਟ ਯੂਰ ਐਪਲੀਕੇਸ਼ਨ। ਰਿਕੁਆਇਰਮੈਂਟ ਸਾਰੀਆਂ ਚਾਹੀਦੀਆਂ ਨੇ, ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਨੇ ਆਪਾਂ ਨੂੰ, ਸਾਰਾ ਕੁਝ ਲਿਖਿਆ ਹੋਇਆ ਉਰੇ। ਲੋ ਜੀ ਆਪਣੀ ਚੈੱਕਲਿਸਟ ਰੈਡੀ ਹੈ ਤੇ ਆਪਾਂ ਇੱਥੇ ਹੁਣ ਸਾਰੇ ਡਾਕੂਮੈਂਟਸ ਅਪਲੋਡ ਕਰਨੇ ਆ ਤੇ ਇੱਕ ਆਪਾਂ IMM
5710 ਇਮੀਗ੍ਰੇਸ਼ਨ ਦਾ ਇੱਕ ਫਾਰਮ ਆਉਂਦਾ ਤੇ ਆਪਾਂ ਡਾਊਨਲੋਡ ਕਰਕੇ ਇਹ ਫਿਲ ਕਰਾਂਗੇ ਅੱਗੇ ਦੀ ਫਰਦਰ ਇਨਫੋਰਮੇਸ਼ਨ ਵਾਸਤੇ। ਇੱਥੇ ਆਪਾਂ ਅਪਲੋਡ ਕਰਨਾ, ਉਸ ਤੋਂ ਬਾਅਦ ਬਾਕੀ ਰੈਸਟ ਆਫ ਦੇ ਡਾਕੂਮੈਂਟਸ ਆਪਾਂ ਇਹ ਕਰਨੇ ਹੈਗੇ ਨੇ। ਟ੍ਰਾਂਸਕ੍ਰਿਪਟਸ ਹੋ ਗਿਆ, ਗ੍ਰੈਜੂਏਸ਼ਨ ਲੈਟਰ ਹੋ ਗਿਆ, ਪਾਸਪੋਰਟ ਦੀ ਡਿਜੀਟਲ ਫੋਟੋ ਚਾਹੀਦੀ ਆਪਣੀ ਤੇ ਸਾਰੀ ਇੱਥੇ ਤੁਹਾਨੂੰ ਮਿਲ ਜਾਣਗੀ ਡਿਸਕ੍ਰਿਪਸ਼ਨ ਦਾ ਸਾਰੀ ਡਿਟੇਲ ਹੈਗੀ ਵੀ ਕਿੱਦਾਂ ਦੀ ਫੋਟੋ ਚਾਹੀਦੀ ਉਹਨਾਂ ਨੂੰ। ਕਈ ਬੰਦੇ ਨੂੰ ਆ ਪ੍ਰੋਬਲਮ ਆ ਸਕਦੀ ਹੈ ਜਿਨ੍ਹਾਂ ਕੋਲ ਅਡੋਬ ਰੀਡਰ ਨਹੀਂ ਹੈਗਾ ਤੇ ਉਹ ਅਡੋਬ ਰੀਡਰ ਇੰਸਟਾਲ ਕਰਕੇ ਫਿਰ ਉਹਦੇ ਵਿੱਚ ਓਪਨ ਹੋ ਜਾਊਗਾ ਇਹ ਫਾਰਮ। ਸਭ ਤੋਂ ਪਹਿਲਾਂ ਆਪਾਂ UCI ਕੋਡ ਪਾਵਾਂਗੇ, ਆਪਾਂ ਨੂੰ ਸਟੱਡੀ ਪਰਮਿਟ ਮਿਲ ਜਾਏਗਾ। ਤੇ ਇੱਕ ਸਾਰੇ ਹੀ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ ਜਦੋਂ ਵੀ ਆਪਾਂ ਕੋਈ ਇਮੀਗ੍ਰੇਸ਼ਨ ਦੀ ਫਾਈਲ ਲਗਾਉਂਦੇ ਹਾਂ ਤਾਂ ਉਹਦੇ ਵਿੱਚ ਨਾ ਆਪਣੇ ਪਾਸਪੋਰਟ 'ਤੇ ਜਿਹੜਾ ਹੁੰਦਾ ਉਹ ਗਿਵਨ ਨੇਮ ਹੁੰਦਾ ਤੇ ਫੈਮਿਲੀ ਨੇਮ ਆਪਾਂ ਨੂੰ ਜਦੋਂ ਆਪਾਂ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਹਾਂ ਤੇ ਆਪਣੇ ਸਟੱਡੀ ਪਰਮਿਟ ਦੇ ਬਾਰੇ ਫੈਮਿਲੀ ਨੇਮ ਲਿਖਿਆ ਹੁੰਦਾ ਤਾਂ ਆਪਾਂ ਗਿਵਨ ਨੇਮਸ ਇੱਥੇ ਬਲੈਂਕ ਛੱਡ ਕੇ ਤੇ ਆਪਾਂ ਫੈਮਿਲੀ ਨੇਮ ਦੇ ਵਿੱਚ ਆਪਾਂ ਪੂਰਾ ਨਾਮ ਪਾ ਦਾਂਗੇ ਵਿਦ ਯੂਅਰ ਫਸਟ ਨੇਮ ਔਰ ਲਾਸਟ ਨੇਮ। ਇੱਥੇ ਬਹੁਤ ਬੱਚੇ ਕਨਫਿਊਜ਼ ਹੁੰਦੇ ਨੇ ਤਾਂ ਧਿਆਨ ਰੱਖਿਓ। ਆਈ ਵੋਂਟ ਸਰਵ ਇਨ ਇੰਗਲਿਸ਼। ਆਪਾਂ ਵਰਕ ਪਰਮਿਟ ਪਹਿਲੀ ਵਾਰੀ ਅਪਲਾਈ ਕਰ ਰਹੇ ਹਾਂ ਤਾਂ ਇਸ ਕਰਕੇ ਆਪਾਂ ਅਪਲਾਈ ਫॉर ਵਰਕ ਪਰਮਿਟ ਫॉर ਫਸਟ ਟਾਈਮ ਔਰ ਵਿਦ ਨਿਊ EMPLOYER। ਉਸ ਤੋਂ ਬਾਅਦ ਹੈਵ ਯੂ ਐਵਰ ਯੂਜ਼ਡ ਐਨੀ ਅਦਰ ਨੇਮ? ਨੋ। ਅਤੇ ਆਪਣੀ ਡੇਟ ਆਫ ਬਰਥ, ਮੇਲ, ਕਿੱਥੇ ਦੇ ਤੁਸੀਂ ਰਹਿਣ ਵਾਲੇ ਹੋ, ਆਪਣੀ ਸਾਰੀ ਇਨਫੋਰਮੇਸ਼ਨ ਦੇ ਕੇ ਇੱਥੇ ਆਪਣਾ ਕਰੰਟ ਤੁਸੀਂ ਦੱਸ ਦੇਣਾ ਤੁਹਾਡਾ ਸਟੇਟਸ ਕੀ ਹੈ ਇਸ ਟਾਈਮ। ਅਤੇ ਆਪਾਂ ਸਟੂਡੈਂਟ ਫਿਲ ਕਰਾਂਗੇ ਉਰੇ ਕੈਨੇਡਾ ਦੇ ਵਿੱਚ ਅਤੇ ਕਿੱਥੋਂ ਦੀ ਲੈ ਕੇ ਕਦੋਂ ਤੋਂ ਕਦੋਂ ਤੱਕ ਆਪਾਂ ਸਟੱਡੀ ਕੀਤੀ ਹੈ। ਉਸ ਤੋਂ ਬਾਅਦ ਮੈਰਿਟਲ ਸਟੇਟਸ ਉਹ ਸਿੰਗਲ ਹੈ ਆਪਣਾ ਫਿਲਹਾਲ, ਤੁਸੀਂ ਆਪਣੇ ਅਕੋਰਡਿੰਗ ਦੇਖ ਲਿਓ ਜਿਹੜਾ ਤੁਹਾਡਾ ਸਟੇਟਸ ਹੈਗਾ। ਇਸ ਤੋਂ ਬਾਅਦ ਫਿਰ ਪਰਸਨਲ ਇਨਫੋਰਮੇਸ਼ਨ, ਪਰਸਨਲ ਡਿਟੇਲ, ਅਗਰ ਕੋਈ ਹੈ ਕੋਈ ਬੰਦਾ ਮੈਰਿਡ ਹੈ ਤਾਂ ਤੁਸੀਂ ਲਗਾ ਸਕਦੇ ਹੋ। ਆਪਾਂ ਸਿੰਗਲ ਹਾਂ, ਆਪਣਾ ਸਟੇਟਸ ਸਿੰਗਲ ਹੈ ਤੇ ਆਪਾਂ ਫਿਰ ਨੋ 'ਤੇ ਟਿਕ ਲਗਾਵਾਂਗੇ। ਅੱਗੇ ਲੈਂਗੁਏਜ, ਮੇਰੀ ਨੇਟਿਵ ਲੈਂਗੁਏਜ ਪੰਜਾਬੀ ਹੈ ਅਤੇ ਆਰ ਯੂ ਏਬਲ ਟੂ ਕਮਿਊਨੀਕੇਟ ਇਨ ਇੰਗਲਿਸ਼ ਔਰ ਫਰੈਂਚ, ਆਪਣਾ ਇੰਗਲਿਸ਼ ਲਾਵਾਂਗੇ ਉਹਦੇ। ਅਤੇ ਪਾਸਪੋਰਟ ਨੰਬਰ ਹੋ ਗਿਆ ਤੁਹਾਡਾ, ਕੰਟਰੀ ਔਰ ਟੈਰੀਟਰੀ ਇੰਡੀਆ, ਕਿੰਨੇ ਤੋਂ ਕਿੰਨੇ ਤੱਕ ਇਸ਼ੂ ਕੀਤਾ, ਇੰਡੀਅਨ ਗੌਰਮੈਂਟ ਨੇ ਆਪਾਂ ਡੇਟ ਪਾਉਣੀ ਉਹਦੇ, ਅਤੇ ਨੈਸ਼ਨਲ ਆਇਡੈਂਟੀ ਕੋਈ ਵੀ ਪਾ ਦਿਓ। ਮੈਂ ਇੱਥੇ ਆਪਣਾ ਪੈਨ ਕਾਰਡ ਪਾਇਆ ਅਤੇ ਡੇਟ ਅਤੇ ਐਕਸਪਾਇਰੀ ਡੇਟ, ਇਸ਼ੂ ਡੇਟ ਅਤੇ ਐਕਸਪਾਇਰੀ ਡੇਟ ਆਪਸ਼ਨਲ ਹੈਗੀ ਹੈ। ਅੱਗੇ ਇੱਥੇ ਆਪਣਾ ਕੰਟੈਕਟ ਇਨਫੋਰਮੇਸ਼ਨ ਪਾਓਗੇ ਹੈ ਨਾ, ਜਿਹੜਾ ਤੁਹਾਡਾ ਮੇਲਿੰਗ ਐਡਰੈਸ ਹੈਗਾ ਉਹ ਪਾ ਦਿਓ ਤੁਸੀਂ ਆਪਣਾ। ਅਤੇ ਜੇ ਤੁਹਾਡਾ ਰੈਜ਼ੀਡੈਂਸ਼ੀਅਲ ਐਡਰੈਸ ਵੀ ਸੇਮ ਹੈ ਤਾਂ ਤੁਸੀਂ ਉੱਥੇ ਟਿਕ ਲਗਾ ਸਕਦੇ ਹੋ। ਅਗਰ ਡਿਫਰੈਂਟ ਹੈ ਨੋ 'ਤੇ ਲਗਾ ਕੇ ਤੁਸੀਂ ਆਪਣੀ ਪੂਰੀ ਫਿਲ ਕਰ ਸਕਦੇ ਹੋ ਆਪਣੀ ਇਨਫੋਰਮੇਸ਼ਨ। ਅਤੇ ਇੱਥੇ ਆਪਣਾ ਆ ਗਿਆ ਜੀ ਟੈਲੀਫੋਨ ਨੰਬਰ, ਕੰਟੈਕਟ ਨੰਬਰ ਤੁਹਾਡਾ ਹੋ ਗਿਆ ਅਤੇ ਈਮੇਲ ID ਤੁਸੀਂ ਆਪਣੀ ਪਾ ਦੇਣੀ ਹੈ ਉਹਦੇ। ਉਸ ਤੋਂ ਬਾਅਦ ਫਿਰ ਆਪਾਂ ਕੈਨੇਡਾ ਕਦੋਂ ਆਏ ਸੀਗੇ ਸਾਰੀ ਡਿਟੇਲ ਦੇ ਦੇਣੀ ਉਹਦੇ ਹੈ ਨਾ, ਵਿਦ ਡੇਟ ਅਤੇ ਡਿਟੇਲ ਆਫ ਇੰਟੈਂਟਿਡ ਵਰਕ ਇਨ ਕੈਨੇਡਾ। ਆਪਾਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪਾਵਾਂਗੇ ਉਹਦੇ, ਸਿਲੈਕਟ ਕਰਾਂਗੇ। ਉਸ ਤੋਂ ਬਾਅਦ ਆਪਾਂ 2 3 4 5 7 ਇਹ ਆਪਾਂ ਖਾਲੀ ਛੱਡ ਦੇਂਗੇ। ਨੈਕਸਟ ਹੈ ਜੀ ਹੈਵ ਯੂ ਬੀਨ ਇਸ਼ੂਡ ਸਰਟੀਫਿਕੇਟ ਅੰਡਰ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ। ਆਪਣੇ ਕੋਲ ਨਹੀਂ ਹੈਗਾ ਕੋਈ ਅਤੇ ਆਪਾਂ ਐਜੂਕੇਸ਼ਨ ਦੀ ਡਿਟੇਲ ਦੇ ਦਾਂਗੇ ਆਪਣਾ ਜਿਹੜੀ ਕਰੰਟ ਆਪਾਂ ਕੀਤੀ ਆ ਹੁਣ। ਉਸ ਤੋਂ ਬਾਅਦ ਆਪਾਂ ਐਮਪਲੋਇਮੈਂਟ ਪਾ ਦੇਣੀ ਹੈ ਵੀ ਆਪਾਂ ਕਿੱਥੇ ਕਿੱਥੇ ਕੰਮ ਕੀਤਾ ਲਾਸਟ 10 ਈਅਰਸ ਦੇ ਵਿੱਚ। ਮੈਂ ਆਪਣਾ ਇੱਕ ਇੱਥੇ ਦਾ ਐਕਸਪੀਰੀਅੰਸ ਪਾਇਆ ਅਤੇ ਬਾਕੀ ਮੇਰੇ ਇੰਡੀਆ ਦੇ ਐਕਸਪੀਰੀਅੰਸ ਨੇ ਉਹ ਮੈਂ ਸਾਰੇ ਪਾਤੇ। ਅਤੇ ਨੈਕਸਟ ਹੈਗਾ ਜੀ ਆਪਣੀ ਬੈਕਗਰਾਊਂਡ ਇਨਫੋ। ਬੈਕਗਰਾਊਂਡ ਇਨਫੋਰਮੇਸ਼ਨ ਦੇ ਵਿੱਚ ਆਪਾਂ ਇੱਥੇ ਨੋ ਟਿਕ ਕਰਾਂਗੇ ਕਿਉਂਕਿ ਆਪਾਂ within the past 2 years have you or a family member ever had tuberculosis of lungs or been close contact with a person with tuberculosis? No. Do you have any physical or mental disorder? No. ਤੁਸੀਂ ਆਪਣੇ ਅਕੋਰਡਿੰਗ ਦੇਖ ਲਿਓ
ਸਿਚੁਏਸ਼ਨ ਦੇ ਅਕੋਰਡਿੰਗ। ਅਗਰ ਤੁਹਾਡਾ ਕੋਈ ਯੈਸ ਹੈ, ਕੋਈ ਕਿਸੇ ਨੂੰ ਡਿਸੀਜ਼ ਹੈ ਤਾਂ ਫਿਰ ਯੈਸ ਕਰਕੇ ਦਿਓ, ਤਾਂ ਤੁਹਾਨੂੰ ਇੱਥੇ ਡਿਸਕ੍ਰਾਈਬ ਕਰਨਾ ਪੈਣਾ ਤੁਹਾਨੂੰ ਇੱਥੇ। ਹੈਵ ਯੂ ਐਵਰ ਰਿਮੇਨਡ ਬਿਯੋਂਡ ਵੈਲਿਡ of your status, attend school without authorization or worked without authorization in Canada? No. Have you ever been refused a visa or permit? No. Have you previously applied to enter or remain in Canada? Yes, ਕਿਉਂਕਿ ਆਪਾਂ ਪਹਿਲਾਂ ਸਟੂਡੈਂਟ ਪਰਮਿਟ ਅਪਲਾਈ ਕੀਤਾ ਸੀਗਾ ਤੇ ਆਪਾਂ ਇੱਥੇ ਆਪਣੀ ਡਿਟੇਲ ਦੇ ਦਾਂਗੇ ਵੀ ਆਪਾਂ ਕਿਹੜੀ ਤਰੀਕ, ਮਤਲਬ ਕਿਹੜੇ ਸੰਨ ਦੇ ਵਿੱਚ ਜਾਂ ਕਿਹੜੀ ਤਰੀਕ ਨੂੰ ਵੀ ਤੁਸੀਂ ਲਿਖ ਸਕਦੇ ਹੋ। ਡਿਟੇਲ ਦੇ ਵਿੱਚ ਵੀ ਲਿਖ ਸਕਦੇ ਹੋ ਵੀ ਆਪਾਂ ਕਦੋਂ ਆਏ ਤੇ ਆਪਣੀ ਫਸਟ ਐਂਟਰੀ ਕਦੋਂ ਹੈ, ਬਟ ਆਪਾਂ ਉੱਪਰ ਆਲਰੇਡੀ ਉੱਤੇ ਦੱਸ ਚੁੱਕੇ ਹਾਂ ਵੀ ਆਪਾਂ ਐਂਟਰੀ ਆਪਣੀ ਕਦੋਂ ਹੋਈ ਹੈ ਨਾ ਕੈਨੇਡਾ ਵਿੱਚ। ਤਾਂ ਇੱਥੇ ਤੁਸੀਂ ਬਸ ਨੋਰਮਲੀ ਸਿੰਪਲ ਡਿਟੇਲ ਦੇ ਵਿੱਚ ਲਿਖ ਦਿਓ। ਹੈਵ ਯੂ ਐਵਰ ਕਮਿਟਡ ਬੀਨ ਅਰੈਸਟਡ ਔਰ ਬੀਨ ਚਾਰਜਡ ਵਿਦ? ਨੋ, ਕੋਈ ਕ੍ਰਿਮੀਨਲ ਅਫੈਂਸ ਨਹੀਂ ਹੈਗਾ ਆਪਣਾ। ਤੇ ਬੈਕਗਰਾਊਂਡ ਇਨਫੋਰਮੇਸ਼ਨ ਦੇ ਵਿੱਚ ਨੈਕਸਟ ਹੈਗਾ ਜੀ ਆਪਣਾ, ਡੂ ਯੂ ਸਰਵ ਇਨ ਐਨੀ ਮਿਲਟਰੀ ਔਰ ਕੋਈ ਗੌਰਮੈਂਟ ਜੋਬ ਦੇ ਵਿੱਚ ਤੁਸੀਂ ਕੀਤਾ ਹੋਇਆ ਨਾ, ਕੋਈ ਪੁਲਿਸ ਫੋਰਸ ਦੇ ਵਿੱਚ ਜਾਂ ਮਿਲਟਰੀ ਦੇ ਵਿੱਚ ਆਪਾਂ ਕਿਤੇ ਨਹੀਂ ਕੀਤਾ ਹੋਇਆ, ਆਪਾਂ ਨੋ ਲਗਾਵਾਂਗੇ। ਉਸ ਤੋਂ ਬਾਅਦ ਨੈਕਸਟ ਹੈਗਾ ਜੀ, ਆਰ ਯੂ ਔਰ ਹੈਵ ਯੂ ਐਵਰ ਬੀਨ ਅ ਮੈਂਬਰ ਆਫ ਐਸੋਸੀਏਟ ਵਿਦ ਐਨੀ ਪੋਲੀਟੀਕਲ ਪਾਰਟੀ? ਨੋ। ਹੈਵ ਯੂ ਐਵਰ ਵਿਟਨਸ ਔਰ ਪਾਰਟਿਸਿਪੇਟਡ ਇਨ ਇਲ ਟ੍ਰੀਟਮੈਂਟ ਆਫ ਪ੍ਰਿਜ਼ਨਰਸ ਔਰ ਸਿਵਿਲਿਅਨ? ਨੋ। ਅੱਗੇ ਆਪਣਾ ਹੈਗਾ ਜੀ ਸਿਗਨੇਚਰ। ਇੱਥੇ ਆਪਾਂ ਯੈਸ ਟਿਕ ਲਗਾਵਾਂਗੇ। ਡੂ ਯੂ ਕੰਸੈਂਟ ਟੂ ਬੀ ਕੰਟੈਕਟਡ ਬਾਈ IRCC ਤੁਹਾਨੂੰ ਨਾਲ ਕਦੇ ਵੀ ਕੰਟੈਕਟ ਕਰ ਸਕਦੀ ਹੈ, ਤੁਸੀਂ ਯੈਸ ਤੇ ਟਿਕ ਲਗਾ ਦਿਓ ਆਪਣਾ। ਤੇ ਇੱਥੇ ਆਪਣੇ ਸਿਗਨੇਚਰ ਹੋ ਗਏ ਤੇ ਡੇਟ ਪਾਤੀ ਆਪਣੀ ਇਹਦੀ, ਤੇ ਉਸ ਤੋਂ ਬਾਅਦ ਆਪਾਂ ਵੈਲੀਡੇਟ ਕਰ ਦਾਂਗੇ। ਵੈਲੀਡੇਟ ਕਰਕੇ ਆਪਣਾ ਇੱਕ ਇੱਥੇ ਤੁਹਾਨੂੰ ਬਾਰ ਕੋਡ ਜਿਹਾ ਨਜ਼ਰ ਆਏਗਾ, ਆਹ ਦੇਖੋ ਇੱਦਾਂ ਬਾਰ ਕੋਡ ਆਏਗਾ ਆਪਣਾ। ਤੇ ਆਪਣੀ ਵੈਲੀਡੇਟ ਹੋ ਚੁੱਕੀ ਹੈ ਤੇ ਆਪਾਂ ਹੁਣ ਇਹ ਫਾਰਮ ਆਪਣਾ ਅੱਗੇ ਸਬਮਿਟ ਕਰਾਂਗੇ। ਹਾਂਜੀ, ਆਪਣੀ ਚੈੱਕ ਲਿਸਟ ਰੈਡੀ ਹੈ। ਆਪਾਂ ਸਾਰੇ ਜਿਹੜੇ ਵੀ ਡਾਕੂਮੈਂਟ ਚਾਹੀਦੇ ਸੀਗੇ ਤੇ 5710 ਫਾਰਮ ਸਾਰਾ ਕੁਝ ਆਪਾਂ ਨੇ ਅਪਲੋਡ ਕਰਤਾ ਹੈ। ਤੇ ਉਸ ਤੋਂ ਬਾਅਦ ਤੁਹਾਡੀ ਆਪਸ਼ਨਲ ਜਿਹੜੀ ਡਾਕੂਮੈਂਟ ਹੈ ਇਹ ਭਰਨ ਦੀ ਲੋੜ ਨਹੀਂ, ਕਿਉਂਕਿ ਇਹ ਆਊਟਸਾਈਡ ਕੈਨੇਡਾ ਤੁਸੀਂ ਜੇ ਅਪਲਾਈ ਕਰ ਰਹੇ ਹੋ ਤਾਂ ਉਹਦੀ ਜ਼ਰੂਰਤ ਹੈਗੀ ਹੈ ਇਸ ਫਾਰਮ ਦੀ, ਅਦਰਵਾਈਜ਼ ਨਹੀਂ। ਇਹ ਆਪਣੀ ਫੀਸ ਹੈਗੀ $255 ਤੇ ਉਸ ਤੋਂ ਬਾਅਦ ਆਪਾਂ ਨੂੰ ਨੈਕਸਟ ਦੀ ਆਪਸ਼ਨ ਆ ਜਾਏਗੀ ਤੇ ਫਿਰ ਆਪਾਂ ਪੇਮੈਂਟ ਕਰਨੀ ਹੈ। ਨੈਕਸਟ ਆਪਾਂ ਨੂੰ ਇੱਥੇ ਸ਼ੋਅ ਕਰ ਰਿਹਾ ਜੀ ਆਪਾਂ ਸਾਰਾ ਕੁਛ ਆ ਨਾ ਅਪਲੋਡ ਕਰ ਲਿਆ ਹੈਗਾ। ਤੇ ਉਸ ਤੋਂ ਬਾਅਦ ਆਪਾਂ ਦੋ ਫੀਸ ਭਰਨੀਆਂ ਨੇ, ਇੱਕ $155 ਤੇ ਇੱਕ $100, ਇੱਕ ਵਰਕ ਪਰਮਿਟ ਦੀ ਹੈ, ਇੱਕ ਓਪਨ ਵਰਕ ਪਰਮਿਟ ਹੋਲਡਰ ਫੀ ਹੈ। ਤੇ ਉਸ ਤੋਂ ਬਾਅਦ ਫਿਰ ਆਪਾਂ ਐਗਰੀ ਕਰਾਂਗੇ ਇਹਨਾਂ ਦੀ ਕੰਡੀਸ਼ਨ ਸਾਰੀਆਂ। ਤੇ ਉਸ ਤੋਂ ਬਾਅਦ ਜਸਕਰਨ ਸਿੰਘ, ਉਸ ਤੋਂ ਬਾਅਦ ਫਿਰ ਆਪਾਂ ਨਾਮ ਇੱਥੇ ਸ਼ੋਅ ਕਰਕੇ ਤੇ ਆਪਣਾ ਜਿਹੜਾ ਵੀ ਤੁਹਾਡਾ ਸਿਕਿਉਰਿਟੀ ਕੁਐਸਚਨ ਹੋਏਗਾ ਨਾ ਆਪਾਂ ਸਾਈਨ ਕਰਾਂਗੇ ਉਹਨੂੰ, ਤੇ ਫਿਰ ਉਸ ਤੋਂ ਬਾਅਦ ਆਪਾਂ ਪੇਮੈਂਟ ਕਰਾਂਗੇ। Transmit and pay. ਸਾਰਾ ਕੁਝ ਓਕੇ ਹੈ। ਹੁਣ ਆਪਾਂ ਆਪਣੀ ਫੀਸ ਦੀ ਸਮਰੀ ਹੈਗੀ ਹੈ ਤੇ ਉਸ ਤੋਂ ਬਾਅਦ ਆਪਾਂ ਪੇ ਕਰਾਂਗੇ। ਕਿਸੇ ਨੂੰ ਕੋਈ ਕੁਐਰੀ ਹੋਵੇ ਵਰਕ ਪਰਮਿਟ ਅਪਲਾਈ ਕਰਨ ਦੇ ਵਿੱਚ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਕੋਈ ਹੈਲਪ ਚਾਹੀਦੀ ਹੋਵੇ ਤਾਂ ਮੇਰੇ ਸੋਸ਼ਲ ਮੀਡੀਆ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਤੇ ਮਿਲਦੇ ਜੀ ਆਪਾਂ ਜਲਦੀ ਨੈਕਸਟ ਵੀਡੀਓ ਦੇ ਵਿੱਚ। ਟੇਕ ਕੇਅਰ ਐਂਡ ਬਾਏ ਬਾਏ।